ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਜ਼, ਸਿੱਖਸ ਫॉर ਜਸਟਿਸ ਲਈ ਸ਼ਾਂਤਮਈ ਪ੍ਰਚਾਰ ਕਰ ਰਹੇ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਬੁਰੀ ਤਰ੍ਹਾਂ ਟਾਰਚਰ ਕਰਨ ਦੇ ਮਾਮਲੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਿੱਖ ਨੌਜਵਾਨਾਂ ਵੱਲੋਂ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਅਪਰਾਧਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਸਿੱਖ ਨੌਜਵਾਨਾਂ ਦੇ ਵਕੀਲ ਸਰਦਾਰ ਨਵਕਿਰਨ ਸਿੰਘ ਨਾਲ ਅੱਜ ਦੇ ਸ਼ੋਅ ਵਿੱਚ ਅਸੀਂ ਇਸ ਕੇਸ ਸੰਬੰਧੀ ਅਤੇ ਭਾਰਤ ਵਿੱਚ ਪੁਲਿਸ ਕਸਟਡੀ ਵਿੱਚ ਹੁੰਦੇ ਤਸ਼ੱਦਦ ਸੰਬੰਧੀ ਕਾਨੂੰਨਾਂ ਬਾਰੇ ਗੱਲਬਾਤ ਕਰਾਂਗੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਨਵਕਿਰਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਨਵਕਿਰਨ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਜਿਹੜੀ ਇਹ ਤੁਸੀਂ ਪਟੀਸ਼ਨ ਪਾਈ ਸੀਗੀ ਕੋਰਟ ਦੇ ਵਿੱਚ, ਇਹਦੇ 'ਚ ਕਿਹੜੇ ਫੈਕਟਸ ਦੇ ਆਧਾਰ 'ਤੇ ਤੁਸੀਂ ਹਾਈ ਕੋਰਟ ਕੋਲੋਂ ਕੀ ਮੰਗ ਕੀਤੀ ਹੈ ਤੇ ਉਹਦੇ ਉੱਪਰ ਹਾਈ ਕੋਰਟ ਦਾ ਕੀ ਰਿਸਪੌਂਸ ਰਿਹਾ? ਇਸ ਤਰ੍ਹਾਂ ਸੀਗਾ ਕਿ 4 ਸਿੱਖ ਨੌਜਵਾਨਾਂ ਨੂੰ ਹੁਸ਼ਿਆਰਪੁਰ ਦੀ ਪੁਲਿਸ ਨੇ ਚੁੱਕਿਆ ਸੀਗਾ ਤੇ ਉਹ ਚੁੱਕਿਆ ਇਸ ਐਲੀਗੇਸ਼ਨ ਦੇ ਉੱਤੇ ਸੀਗਾ ਜਿਹੜਾ ਪੁਲਿਸ ਵਾਲਿਆਂ ਦੀ ਸਟੇਟਮੈਂਟ ਆਈ ਜੀ ਤੇ ਉਹਨਾਂ ਕੋਲੋਂ ਕੁਝ ਟੀ-ਸ਼ਰਟਸ ਬਰਾਮਦ ਹੋਈਆਂ ਨੇ ਤੇ ਕੁਝ ਰਿਲੀਜੀਅਸ ਮਟੀਰੀਅਲ ਬਰਾਮਦ ਹੋਇਆ ਜੀ। ਤੇ ਇਹ ਵੀ ਪਤਾ ਚੱਲਿਆ ਸੀਗਾ ਜਿਹੜੀ ਪੁਲਿਸ ਵਾਲਿਆਂ ਦੀ ਸਟੇਟਮੈਂਟ ਆਈ ਕਿ ਉਹ ਕਿਸੇ ਪਟੀਸ਼ਨ ਦੇ ਉੱਤੇ ਸਾਈਨ ਕਰਾ ਰਹੇ ਸੀ ਜਿਹੜੀ ਸਿੱਖ ਫॉर ਜਸਟਿਸ ਨੇ ਸ਼ੁਰੂ ਕੀਤੀ ਸੀ ਜੀ। ਤੇ ਜਦੋਂ ਉਹਨਾਂ ਨੂੰ ਚੁੱਕਿਆ ਗਿਆ ਤੇ ਉਹਨਾਂ ਨੂੰ ਬੁਰੇ ਤਰੀਕੇ ਨਾਲ ਟਾਰਚਰ ਕੀਤਾ ਗਿਆ। ਉਹਨਾਂ ਨੂੰ ਇਲੈਕਟ੍ਰਿਕ ਸ਼ੌਕਸ ਦਿੱਤੇ ਗਏ। ਇਲੈਕਟ੍ਰਿਕ ਸ਼ੌਕਸ ਦੇ ਕਰਕੇ ਇੱਕ ਤਾਂ ਜਿਹੜਾ ਉਹਨਾਂ ਚੋਂ ਬੰਦਾ ਸੀਗਾ ਜਸਪ੍ਰੀਤ ਸਿੰਘ ਜੱਸਾ, ਉਹਦੀ ਬੁਰੀ ਹਾਲਤ ਸੀਗੀ ਜੀ। ਤੇ ਜਿਹੜੇ ਬਾਕੀ 3 ਵੀ ਸੀਗੇ ਉਹਨਾਂ ਨੂੰ ਵੀ ਟਾਰਚਰ ਕੀਤਾ ਗਿਆ ਸੀ, ਪਰ ਉਹਨਾਂ ਨੂੰ ਇੰਨਾ ਟਾਰਚਰ ਨਹੀਂ ਕੀਤਾ ਗਿਆ ਜਿੰਨਾ ਜਸਪ੍ਰੀਤ ਜੱਸੇ ਨੂੰ ਕੀਤਾ ਸੀ ਜੀ। ਤੇ ਉਸ ਤੋਂ ਬਾਅਦ ਜਦੋਂ ਮੈਜਿਸਟ੍ਰੇਟ ਦੇ ਕੋਲ ਉਹ ਪੇਸ਼ ਕੀਤੇ ਗਏ ਤੇ ਮੈਜਿਸਟ੍ਰੇਟ ਨੇ ਉਹਨੂੰ ਭੇਜ ਦਿੱਤਾ ਜੁਡੀਸ਼ੀਅਲ ਰਿਮਾਂਡ ਵਿੱਚ। ਤੇ ਜੇਲ੍ਹ ਵਿੱਚ ਜਦੋਂ ਗਏ ਤੇ ਉਸ ਵੇਲੇ ਉਹਦੇ ਵਕੀਲ ਨੇ ਇੱਕ ਦਰਖਾਸਤ ਲਗਾਈ ਕਿ ਇਹਦਾ ਮੈਡੀਕਲ ਐਗਜ਼ਾਮੀਨੇਸ਼ਨ ਹੋਵੇ ਜੀ। ਤਾਂ ਜਦੋਂ ਮੈਡੀਕਲ ਐਗਜ਼ਾਮੀਨੇਸ਼ਨ ਹੋਇਆ ਤੇ ਉਹਨੂੰ ਲੈ ਕੇ ਗਏ ਹਸਪਤਾਲ ਤੇ ਬਜਾਏ ਕਿ ਉਹਨੂੰ ਹਸਪਤਾਲ ਦਾਖਲ ਕੀਤਾ ਜਾਵੇ, ਜਿਹੜੇ ਜੇਲ੍ਹ ਵਾਲੇ ਸੀਗੇ ਉਹ ਧੱਕੇ ਨਾਲ ਹੀ ਉਹਨਾਂ ਮੁੰਡਿਆਂ ਨੂੰ ਜਿਹੜਾ ਵਾਪਸ ਜੇਲ੍ਹ ਵਿੱਚ ਲੈ ਗਏ ਤੇ ਉਹਦਾ ਮੈਡੀਕਲ ਐਗਜ਼ਾਮੀਨੇਸ਼ਨ ਵੀ ਪੂਰਾ ਨਾ ਕਰਾਇਆ। ਤੇ ਜਦੋਂ ਸਾਨੂੰ ਇਹ ਪਤਾ ਚੱਲਿਆ ਕਿ ਇਸ ਤਰੀਕੇ ਨਾਲ 4 ਬੰਦਿਆਂ ਨੂੰ ਬੁਰੇ ਤਰੀਕੇ ਨਾਲ ਟਾਰਚਰ ਕੀਤਾ ਗਿਆ ਜੀ ਤੇ ਉਹਨਾਂ ਨੂੰ ਜਿਹੜਾ ਮੈਡੀਕਲ ਹੈਲਪ ਵੀ ਨਹੀਂ ਪ੍ਰੋਵਾਈਡ ਹੋ ਰਹੀ, ਫਿਰ ਅਸੀਂ ਜਿਹੜਾ ਹੈਗਾ ਜਾ ਕੇ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਜਾ ਕੇ ਉਹਨਾਂ 4 ਮੁੰਡਿਆਂ ਨੂੰ ਮਿਲੇ ਜੀ। ਉਹਨਾਂ ਦੀ ਹਾਲਤ ਦੇਖੀ। ਜਸਪ੍ਰੀਤ ਜੱਸੇ ਦੀ ਬੁਰੀ ਹਾਲਤ ਸੀਗੀ ਤੇ ਉਹਦੇ ਨਾਲ ਮੁਲਾਕਾਤ ਕਰਕੇ ਫਿਰ ਅਸੀਂ ਜਿਹੜਾ ਹੈ ਕੋਰਟ ਤੋਂ ਸਾਰਾ ਰਿਕਾਰਡ ਕਢਵਾਇਆ। ਫਿਰ ਸਿਵਲ ਹਸਪੀਟਲ ਜਾ ਕੇ ਡਾਕਟਰਸ ਨੂੰ ਮਿਲੇ ਜੀ ਤੇ ਡਾਕਟਰਸ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਦਾਖਲ ਕਿਉਂ ਨਹੀਂ ਕੀਤਾ? ਉਹ ਕਹਿੰਦੇ ਜੀ ਜੇਲ੍ਹ ਵਾਲੇ ਜਿਹੜੇ ਸਾਡੇ ਕੋਲ ਲੈ ਕੇ ਆਏ ਸੀਗੇ, ਲੇਕਿਨ ਅਸੀਂ ਕਿਹਾ ਵੀ ਕੁਝ ਇਹਦੇ ਟੈਸਟ ਕਰਾਓ ਤੇ ਟੈਸਟ ਕਰਾਏ ਬਿਨਾਂ ਹੀ ਜਿਹੜਾ ਹੈ ਵਾਪਸ ਉਹ ਜੇਲ੍ਹ ਲੈ ਗਏ ਜੀ। ਸਾਨੂੰ ਸਾਰਿਆਂ ਨੂੰ ਇਹ ਲੱਗਿਆ ਵੀ ਇਹ ਸਾਰੇ ਜਿਹੜੇ ਤਰੀਕੇ ਜਿਹੜੇ ਤਿਆਰ ਕੀਤੇ ਗਏ ਨੇ ਉਹ ਕਿਤੇ ਨਾ ਕਿਤੇ ਇਹ ਕੋਸ਼ਿਸ਼ ਕੀਤੀ ਗਈ ਵੀ ਇਹਨਾਂ ਲੋਕਾਂ ਨੂੰ ਨਾ ਮੈਡੀਕਲ ਹੈਲਪ ਮਿਲੇ ਜੀ ਤੇ ਉਹਨਾਂ ਦੀ ਜਿਹੜਾ ਪੁਲਿਸ ਵਾਲਿਆਂ ਨੇ ਟਾਰਚਰ ਕੀਤਾ ਹੋਇਆ ਉਸ ਚੀਜ਼ ਨੂੰ ਕਿਧਰੇ ਛੁਪਾਇਆ ਜਾਵੇ ਜੀ। ਤੋ ਉਹ ਡਾਕਟਰਸ ਨੂੰ ਮਿਲ ਕੇ ਬੋਰਡ ਆਫ ਡਾਕਟਰਸ ਜਿਹੜੇ ਸੀਗੇ ਉਹਨਾਂ ਸਾਰਿਆਂ ਨੂੰ ਅਸੀਂ ਮਿਲੇ। ਉਹਨਾਂ ਨੂੰ ਅਸੀਂ ਜਿਹੜਾ ਹੈਗਾ ਇਸ ਚੀਜ਼ ਤੇ ਦਬਾਅ ਪਾਇਆ ਵੀ ਤੁਸੀਂ ਉਹਨੂੰ ਜਿਹੜਾ ਉਹਨਾਂ ਮੁੰਡਿਆਂ ਨੂੰ ਉਹਨੇ ਬੁਲਾਓ, ਤੁਸੀਂ ਆਪਣਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਮੈਡੀਕਲ ਐਗਜ਼ਾਮੀਨੇਸ਼ਨ ਕਰੋ ਜੀ। ਸੋ ਮੁੱਕਦੀ ਗੱਲ ਹੈ ਕਿ ਅਸੀਂ ਦਬਾਅ ਪਾ ਕੇ ਡਾਕਟਰਾਂ ਤੋਂ ਉਹਨਾਂ ਦਾ ਇਲਾਜ ਸ਼ੁਰੂ ਕਰਵਾਇਆ। ਫਿਰ
ਜਿਹੜਾ ਲੋਕਲ ਸਿਵਲ ਹਸਪੀਟਲ ਵਾਲਿਆਂ ਨੇ ਕਿਹਾ ਸੀ ਕਿ ਅਸੀਂ ਇਹਨੂੰ ਰਿਕਮੈਂਡ ਕਰਦੇ ਹਾਂ ਕਿ ਪੀਜੀਆਈ ਤੋਂ ਉਹਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾਇਆ ਜਾਵੇ ਜੀ। ਸੋ ਅਲਟੀਮੇਟਲੀ ਪੀਜੀਆਈ ਦੇ ਕੋਲ ਜਿਹੜਾ ਚੰਡੀਗੜ੍ਹ ਵੀ ਉਹਨਾਂ ਮੁੰਡਿਆਂ ਨੂੰ ਲੈ ਕੇ ਆਏ ਮੈਡੀਕਲ ਐਗਜ਼ਾਮੀਨੇਸ਼ਨ ਲਈ। ਸੋ ਸਾਰਾ ਜਿਹੜੀ ਕਾਰਗੁਜ਼ਾਰੀ ਦਾ ਹੁਣ ਅਸੀਂ ਇੱਕ ਪਟੀਸ਼ਨ ਫਾਈਲ ਕੀਤੀ ਹੈ ਹਾਈ ਕੋਰਟ ਦੇ ਵਿੱਚ ਜੀ, ਜਿਹਦੇ ਚ ਅਸੀਂ ਡਿਮਾਂਡ ਕੀਤੀ ਹੈ ਕਿ ਇਹ ਸਾਰੇ ਜਿਹੜਾ ਇਨਸੀਡੈਂਟ ਹੈ ਵੀ ਕਿਸ ਤਰੀਕੇ ਨਾਲ ਜਿਹੜੇ ਇਹਨਾਂ ਮੁੰਡਿਆਂ ਨੂੰ ਪੇਸ਼ ਕੀਤਾ ਗਿਆ ਮੈਜਿਸਟ੍ਰੇਟ ਅੱਗੇ, ਮੈਜਿਸਟ੍ਰੇਟ ਨੇ ਵੀ ਧਿਆਨ ਨਾਲ ਦਿੱਤਾ ਜੀ ਕਿ ਇਹ ਪੂਰੀ ਤਰ੍ਹਾਂ ਟੌਰਚਰ ਹੈਗੇ ਨੇ ਤੇ ਇਹਨਾਂ ਨੂੰ ਮੈਡੀਕਲ ਹੈਲਪ ਦੀ ਲੋੜ ਹੈ, ਤੇ ਕਿਸ ਤਰੀਕੇ ਨਾਲ ਜੇਲ੍ਹ ਪ੍ਰਸ਼ਾਸਨ ਨੇ ਜਿਹੜਾ ਹੈਗਾ ਇਹਨਾਂ ਮੁੰਡਿਆਂ ਨੂੰ ਮੈਡੀਕਲ ਹੈਲਪ ਨਾ ਦਿੱਤੀ। ਪੁਲਿਸ ਵਾਲਿਆਂ ਦੇ ਟੌਰਚਰ ਹੋਣ ਦੇ ਬਾਵਜੂਦ ਵੀ ਜਿਹੜਾ ਮੈਜਿਸਟ੍ਰੇਟ ਨੇ ਪਰਵਾਹ ਨਾ ਕੀਤੀ, ਜਿਹੜੇ ਡਾਕਟਰ ਹੈਗੇ ਨੇ। ਸੋ ਇਹਨਾਂ ਸਾਰਿਆਂ ਦੀ ਜਿਹੜੀ ਮਿਲੀ ਭੁਗਤ ਹੈਗੀ ਹੈ ਉਹਦੀ ਇਨਕੁਆਇਰੀ ਕਰਾਉਣ ਲਈ ਅਸੀਂ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ, ਜਿਹਦੇ ਵਿੱਚ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਜੀ। ਸੋ ਨਵੰਬਰ ਦੇ ਮਹੀਨੇ ਵਾਸਤੇ ਨੋਟਿਸ ਜਾਰੀ ਹੋਇਆ, ਫਿਰ ਉਸ ਤੋਂ ਬਾਅਦ ਜਵਾਬ ਆਏਗਾ ਤੇ ਆਸ ਹੈ ਕਿ ਇਹਦੇ ਵਿੱਚ ਜੁਡੀਸ਼ੀਅਲ ਇਨਕੁਆਇਰੀ ਹੋਏਗੀ ਤੇ ਕੋਈ ਚੰਗੇ ਤਰੀਕੇ ਨਾਲ ਅਸੀਂ ਕੋਈ ਲਾਅ ਲੇਅ ਡਾਊਨ ਕਰਾ ਸਕਾਂਗੇ ਤਾਂ ਕਿ ਜਿਹੜੇ ਬੰਦੇ ਪੁਲਿਸ ਕਸਟਡੀ ਵਿੱਚ ਟੌਰਚਰ ਹੁੰਦੇ ਨੇ ਉਹਨਾਂ ਨੂੰ ਕਿਵੇਂ ਬਚਾਇਆ ਜਾਵੇ, ਉਹਦੇ ਵਾਸਤੇ ਕੋਈ ਲੌਂਗ ਟਰਮ ਲਈ ਸੋਲੂਸ਼ਨ ਲੱਭੀ ਜਾ ਸਕੇ। ਜੀ ਨਵਕਰਨ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੁਲਿਸ ਦੀ ਜਿਹੜੀ ਕਸਟਡੀ ਹੈਗੀ ਹੈ ਉਹਦੇ ਵਿੱਚ ਜਦੋਂ ਕੋਈ ਟੌਰਚਰ ਹੁੰਦਾ ਉਹਦੇ ਹਵਾਲੇ ਨਾਲ ਇਹ ਇੱਕ ਪਾਰਟੀਕੂਲਰ ਕੇਸ ਹੈਗਾ। ਜਦੋਂ ਅਸੀਂ ਇਹਨੂੰ ਇੱਕ ਜਨਰਲ ਅਰੀਨਾ ਦੇ ਵਿੱਚ ਦੇਖਦੇ ਹਾਂ ਤਾਂ ਪਿੱਛੇ ਜੇ ਕੁਝ ਦਿਨ ਪਹਿਲਾਂ ਜਿਹੜੇ ਭਾਰਤ ਦੇ ਫਾਰਮਰ ਯੂਨੀਅਨ ਲਾਅ ਮਿਨਿਸਟਰ ਹੋਏ ਆ ਅਸ਼ਵਨੀ ਕੁਮਾਰ, ਉਹਨਾਂ ਨੇ PIL ਦਾਖਲ ਕੀਤੀ ਸੀਗੀ ਕੋਰਟ ਦੇ ਵਿੱਚ ਤੇ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਜਿਹੜਾ ਪੁਲਿਸ ਦੀ ਕਸਟਡੀ ਦੇ ਵਿੱਚ ਟੌਰਚਰ ਹੁੰਦਾ ਉਹਨੂੰ ਕ੍ਰਿਮੀਨਲ ਅਫੈਂਸ ਵਜੋਂ ਦੇਖਿਆ ਜਾਵੇ, ਮੰਨਿਆ ਜਾਵੇ ਤੇ ਉਹਦੇ ਤੇ ਲਾਅ ਬਣਾਇਆ ਜਾਵੇ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਤੇ ਜਿਹੜਾ ਅੱਜ ਦੀ ਡੇਟ ਦੇ ਵਿੱਚ ਜੇ ਉਹ ਇਹ ਮੰਗ ਕਰਦੇ ਆ ਤਾਂ ਦੈਟ ਮੀਨਸ ਕਿ ਸੈਪਰੇਟ ਲਾਅ ਕੋਈ ਇੱਦਾਂ ਦੇ ਜਿਹੜੇ ਕੇਸਿਸ ਹੁੰਦੇ ਨੇ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਜਿਨ੍ਹਾਂ ਤੇ ਤਸ਼ੱਦਦ ਕੀਤਾ ਜਾਂਦਾ ਉਹ ਆਪਣੇ ਕਿਸੇ ਸੈਪਰੇਟ ਲਾਅ ਦੇ ਅਧੀਨ ਆਪਣਾ ਕੇਸ ਵੀ ਨਹੀਂ ਫਾਈਟ ਕਰ ਸਕਦੇ, ਤਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਐਜ਼ ਅ ਲਾਇਰ? ਅਸਲ ਜਿਸ ਤਰ੍ਹਾਂ ਹੈ ਕਿ ਇਹ ਠੀਕ ਹੈ ਕਿ ਇੱਕ ਸੈਪਰੇਟ ਅਫੈਂਸ ਨਹੀਂ ਹੈ ਇੰਡੀਅਨ ਲਾਅ ਦੇ ਥੱਲੇ ਜੀ, ਪਰ ਫਿਰ ਵੀ ਜਿਹੜਾ ਹੈਗਾ ਸਮੇਂ ਦੀਆਂ ਜਜਮੈਂਟਸ ਹੈਗੀਆਂ ਨੇ ਸੁਪਰੀਮ ਕੋਰਟ ਦੀ ਵੀ ਤੇ ਹਾਈ ਕੋਰਟ ਦੀਆਂ ਵੀ। ਜਦੋਂ ਕੋਈ ਬੰਦਾ ਪੁਲਿਸ ਕਸਟਡੀ 'ਚ ਹੁੰਦਾ ਹੈ ਤੇ ਜੇ ਉਹਨੂੰ ਕੋਈ ਇੰਜਰੀਜ਼ ਹੁੰਦੀਆਂ ਨੇ ਤੇ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਇੰਜਰੀਜ਼ ਹੈਗੀਆਂ ਨੇ ਉਹ ਪੁਲਿਸ ਦੇ ਹੱਥੋਂ ਜਾਂ ਜੇਲ੍ਹ ਪ੍ਰਸ਼ਾਸਨ ਦੇ ਹੱਥੋਂ ਹੋਈਆਂ ਨੇ ਜੀ। ਲੇਕਿਨ ਸਪੈਸੀਫਿਕ ਲਾਅ ਨਹੀਂ ਹੈਗਾ ਕਿ ਉਹਨਾਂ ਇੰਜਰੀਜ਼ ਵਾਸਤੇ ਜਿਹੜਾ ਹੈਗਾ ਕੋਈ ਸਪੈਸ਼ਲ ਲਾਅ ਬਣਾਇਆ ਜਾਵੇ ਕਿ ਉਹਦੇ ਵਿੱਚ ਕੋਈ ਐਗਰਾਵੇਟਿਡ ਅਫੈਂਸ ਹੋਵੇ ਜਾਂ ਕੋਈ ਸਜ਼ਾ ਜ਼ਿਆਦਾ ਕੀਤੀ ਜਾ ਸਕੇ ਜੀ। ਤੇ ਅਸ਼ਵਨੀ ਕੁਮਾਰ ਹੋਰਾਂ ਨੇ ਜਿਹੜਾ ਐਕਸ ਲਾਅ ਮਿਨਿਸਟਰ ਹੈਗੇ ਨੇ ਉਹਨਾਂ ਨੇ ਪਟੀਸ਼ਨ ਫਾਈਲ ਕੀਤੀ ਹੈ ਸੁਪਰੀਮ ਕੋਰਟ ਵਿੱਚ। ਉਹਨਾਂ ਦਾ ਕਹਿਣਾ ਹੈ ਕਿ ਜਦੋਂ UPA ਦੀ ਗਵਰਨਮੈਂਟ ਵਿੱਚ ਲਾਅ ਮਿਨਿਸਟਰ ਰਹੇ ਵੀ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਕਾਨੂੰਨ ਬਣੇ ਪਰ ਕਾਨੂੰਨ ਬਣ ਨਹੀਂ ਸਕਿਆ। ਇਹ ਬਿਲਕੁਲ ਠੀਕ ਹੈ ਕਿ ਜਿਹੜਾ ਹਿੰਦੁਸਤਾਨ ਹੈ ਇੰਡੀਆ ਸਿਗਨੇਟਰੀ ਇੰਟਰਨੈਸ਼ਨਲ ਕਨਵੈਨਸ਼ਨ ਅਗੇਂਸਟ ਟੌਰਚਰ ਤੇ ਹੋਰ ਇੰਟਰਨੈਸ਼ਨਲ ਕਨਵੈਨਸ਼ਨ ਦਾ ਜਿਹਦੇ ਵਿੱਚ ਉਹ ਵਚਨਬੱਧ ਹੈ ਕਿ ਟੌਰਚਰ ਨੂੰ ਖਤਮ ਕੀਤਾ ਜਾਏਗਾ। ਪਰ ਬੜੀ ਇੰਟਰਸਟਿੰਗ ਗੱਲ ਹੈ ਕਿ ਕੋਈ ਵੀ ਸਰਕਾਰ ਜਿਹੜੀ ਹੈ ਭਾਵੇਂ ਉਹ BJP ਹੋਵੇ, ਕਾਂਗਰਸ ਹੋਵੇ ਜਾਂ ਕੋਈ ਹੋਰ ਸਰਕਾਰਾਂ ਨੇ ਮਿਲੀਆਂ ਹੋਣ ਸਰਕਾਰਾਂ ਜੀ, ਟਾਈਮ ਟੂ ਟਾਈਮ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜਾ ਕਸਟੋਡੀਅਲ ਟੌਰਚਰ ਹੈ ਉਹਦਾ ਇੱਕ ਸੈਪਰੇਟ ਅਫੈਂਸ ਬਣਾਇਆ ਜਾਵੇ ਜੀ, ਤੇ ਨਾ ਹੀ ਕਸਟੋਡੀਅਲ ਟੌਰਚਰ ਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕੀਤੀ ਜੀ। ਨਵਕਰਨ ਅਸੀਂ ਜਿਹੜੀ ਆਪਣੀ ਪੁਲਿਸ ਹੈ ਜੀ ਉਹਨੂੰ ਇਸ ਤਰੀਕੇ ਨਾਲ ਟ੍ਰੇਨ ਹੀ ਨਹੀਂ ਕੀਤਾ ਕਿ ਉਹ ਸਾਇੰਟਿਫਿਕ ਤਰੀਕੇ ਦੇ ਨਾਲ ਅਫੈਂਸਿਸ ਨੂੰ ਜਿਹੜਾ ਡੀਲ ਕਰ ਸਕੇ। ਜਦੋਂ ਕੋਈ ਅਫੈਂਸ ਹੁੰਦਾ ਹੈ ਕਿਸੇ ਬੰਦੇ ਨੂੰ ਪੁਲਿਸ ਕਸਟਡੀ 'ਚ ਲਿੱਤਾ ਜਾਂਦਾ ਹੈ ਤੇ ਸ਼ਾਰਟਕਟ ਜਿਹੜੇ ਮੈਥਡਸ ਨੇ ਉਹ ਅਡਾਪਟ ਕੀਤੇ ਜਾਂਦੇ ਨੇ ਕਿ ਬੰਦੇ ਨੂੰ ਟੌਰਚਰ ਕਰੋ ਜੀ ਤੇ ਜੋ ਬੋਲੇਗਾ ਉਹਨੂੰ ਠੀਕ ਮੰਨ ਕੇ ਉਹਦੇ ਮੁਤਾਬਿਕ ਅੱਗੇ ਤਫਤੀਸ਼ ਨੂੰ ਉਹ ਤੋਰ ਲੈਂਦੇ ਨੇ।
ਹੁੰਦਾ ਕੀ ਹੈ, ਕਿਉਂਕਿ ਅਸੀਂ ਸਾਇੰਟੀਫਿਕਲੀ ਕੇਸ ਡਿਟੈਕਟ ਕਰਨ ਲਈ ਉਹਨਾਂ ਨੂੰ ਅਸੀਂ ਇਕੁਇਪ ਨਹੀਂ ਕੀਤਾ, ਉਹਨਾਂ ਨੂੰ ਟ੍ਰੇਨ ਨਹੀਂ ਕੀਤਾ। ਸੋ ਜਿਹੜਾ 3rd ਡਿਗਰੀ ਟਾਰਚਰ ਹੈ ਇੱਕ ਰੂਟੀਨ ਬਣ ਗਈ ਹੈ ਜੀ ਇੰਡੀਆ ਦੇ ਜਿਹੜਾ ਇੱਕ ਪੁਲਿਸਿੰਗ ਸਿਸਟਮ ਦੇ ਵਿੱਚ। ਸੋ ਜਦੋਂ ਵੀ ਕੋਈ ਬੰਦਾ ਅਰੈਸਟ ਕੀਤਾ ਜਾਂਦਾ ਹੈ ਉਹਨੂੰ ਪੁੱਛਗਿੱਛ ਵਾਸਤੇ ਜਿਹੜਾ 3rd ਡਿਗਰੀ ਟਾਰਚਰ ਦੇ ਨਾਲ ਇੱਕ ਟ੍ਰੀਟ ਕੀਤਾ ਜਾਂਦਾ ਜੀ। ਤੇ ਪੁਲਿਸ ਇਹ ਕੋਸ਼ਿਸ਼ ਨਹੀਂ ਕਰਦੀ ਵੀ ਸਾਇੰਟਿਫਿਕ ਤਰੀਕੇ ਦੇ ਨਾਲ ਉਹਨੂੰ ਸਸਟੇਨਡ ਇੰਟਰੋਗੇਸ਼ਨ ਨਾਲ ਉਹ ਸੱਚ ਬੁਲਵਾਇਆ ਜਾ ਸਕੇ ਜਾਂ ਉਹਨੂੰ ਕੁਐਸਚਨਸ ਪੁੱਟ ਕੀਤੇ ਜਾ ਸਕਣ ਜੀ। ਸੋ ਜਿੰਨੀਆਂ ਵੀ ਸਰਕਾਰਾਂ ਨੇ ਉਹਨਾਂ ਨੇ ਇਸ ਵਾਸਤੇ ਜਿਹੜਾ ਕੋਈ ਯਤਨ ਨਹੀਂ ਕੀਤਾ ਕਿ ਟਾਰਚਰ ਜਿਹੜਾ ਇੱਕ ਆਮ ਰੂਟੀਨ ਬਣ ਗਈ ਹੈ ਥਾਣਿਆਂ ਦੇ ਵਿੱਚ, ਹਿੰਦੁਸਤਾਨ ਦੇ ਥਾਣਿਆਂ ਵਿੱਚ, ਉਹਨੂੰ ਕਿਸ ਤਰੀਕੇ ਨਾਲ ਬੰਦ ਕਰਾਇਆ ਜਾ ਸਕੇ। ਤੇ ਇੱਕ ਅੱਛਾ ਉਪਰਾਲਾ ਕੀਤਾ ਅਸ਼ਵਨੀ ਕੁਮਾਰ ਹੋਣਾ ਨੇ, ਤੇ ਅਸੀਂ ਵੀ ਬੜੀ ਦੇਰ ਤੋਂ ਬੀਇੰਗ ਅ ਹਿਊਮਨ ਰਾਈਟ ਐਕਟਿਵਿਸਟ ਕੰਪੇਨ ਕਰ ਰਹੇ ਹਾਂ ਜੀ। ਕੋਈ ਇਹਦਾ ਕੋਈ ਅਸੀਂ ਸਪੈਸ਼ਲ ਲਾਅ ਨਹੀਂ ਬਣਾ ਸਕੇ ਤੇ ਇੱਕ ਸ਼ੁਰੂਆਤ ਕੀਤੀ ਹੈ। ਹੋ ਸਕਦਾ ਹੈ ਕਿ ਸੁਪਰੀਮ ਕੋਰਟ ਕੋਈ ਗਾਈਡਲਾਈਨ ਲੇ ਡਾਊਨ ਕਰੇ। ਜਦ ਤੱਕ ਕਾਨੂੰਨ ਨਹੀਂ ਬਣਦਾ ਤਦ ਤੱਕ ਜਿਹੜੀਆਂ ਉਹ ਗਾਈਡਲਾਈਨ ਨੂੰ ਹੀ ਕਾਨੂੰਨ ਮੰਨ ਕੇ ਅੱਗੇ ਚਲਾਇਆ ਜਾ ਸਕੇ ਜੀ। ਨਵਕਿਰਨ ਸਿੰਘ ਜੀ, ਤੁਸੀਂ ਗੱਲ ਕੀਤੀ ਹੈ ਵੀ ਜਿਵੇਂ ਜਿਹੜਾ 3rd ਡਿਗਰੀ ਟਾਰਚਰ ਹੈਗਾ ਉਹ ਇੰਡੀਆ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚ ਇੱਕ ਰੂਟੀਨ ਬਣ ਚੁੱਕਿਆ, ਤੇ ਜਦੋਂ ਅਸੀਂ ਇਹਨੂੰ ਘੱਟ ਗਿਣਤੀਆਂ ਦੇ ਹਵਾਲੇ ਨਾਲ ਦੇਖਦੇ ਹਾਂ ਖਾਸ ਤੌਰ ਤੇ, ਤਾਂ ਉਹਨਾਂ ਨੇ ਅਸ਼ਵਨੀ ਕੁਮਾਰ ਨੇ ਆਪਣੀ PIL ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਕਿ ਜਿਹੜੀ ਬਾਡੀ ਹੈਗੀ ਆ ਆਪਣੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਉਹਦੀ ਇਹ ਡਿਊਟੀ ਬਣਦੀ ਹੈ ਕਿ ਉਹ ਜਿਹੜੇ ਇੱਦਾਂ ਦੇ ਕੇਸਿਸ ਹੁੰਦੇ ਆ ਉਹਨਾਂ ਨੂੰ ਦੇਖੇ, ਵਾਚ ਕਰੇ ਤੇ ਜੋ ਵੀ ਉਹ ਕਰ ਸਕਦੇ ਆ ਇਹਨਾਂ ਨੂੰ ਠੱਲਣ ਲਈ ਉਹ ਕਰਨ। ਤੇ ਜਦੋਂ ਉਹ ਕੋਈ ਕੇਸ ਲੈਂਦੇ ਆ ਤਾਂ ਉਹਨਾਂ ਦਾ ਇਹ ਐਲੀਗੇਸ਼ਨ ਹੈਗਾ ਕਿ ਜਦੋਂ ਤੱਕ ਕਿਸੇ ਬੰਦੇ ਦੀ ਪੁਲਿਸ ਕਸਟਡੀ ਦੇ ਵਿੱਚ ਮੌਤ ਨਹੀਂ ਹੁੰਦੀ ਉਨੀ ਦੇਰ ਤੱਕ ਉਹ ਕੇਸ ਨੂੰ ਐਂਟਰਟੇਨ ਤੱਕ ਨਹੀਂ ਕਰਦੇ। ਤਾਂ ਫਿਰ ਜਿਹੜੇ ਨੀਚੇ ਵਾਲੇ ਕੇਸਿਸ ਹੈਗੇ ਆ, ਜਿਹੜੇ 3rd ਡਿਗਰੀ ਟਾਰਚਰ, ਜਿਵੇਂ ਤੁਸੀਂ ਜਸਪ੍ਰੀਤ ਸਿੰਘ ਜੱਸਾ ਦੇ ਕੇਸ ਦੇ ਵਿੱਚ ਗੱਲ ਕੀਤੀ ਹੈ ਕਿ ਉਹਨਾਂ ਨੂੰ ਇਲੈਕਟ੍ਰਿਕ ਸ਼ੌਕਸ ਦਿੱਤੇ ਗਏ, ਉਹਨਾਂ ਦੀ ਜਿਹੜੀ ਡਿਟੇਲ ਰਿਪੋਰਟ ਵੀ ਪਿੱਛੇ ਜੇ ਜਾਰੀ ਕੀਤੀ ਸੀ, ਕਿਵੇਂ ਉਹਨਾਂ ਤੇ ਤਸ਼ੱਦਦ ਕੀਤਾ ਗਿਆ। ਤਾਂ ਜਿਹੜੇ ਇੱਦਾਂ ਦੇ ਕੇਸਿਸ ਹੁੰਦੇ ਨੇ ਉਹ ਕਿਵੇਂ ਇਸ ਸਿਸਟਮ ਦੇ ਵਿੱਚ, ਇੰਡੀਅਨ ਸਿਸਟਮ ਦੇ ਵਿੱਚ ਉਹ ਇਨਸਾਫ ਦੀ ਉਮੀਦ ਕਰ ਸਕਦੇ ਨੇ? ਦੇਖੋ ਇਹਦੇ ਬੜੇ ਪਹਿਲੂ ਹੈਗੇ ਨੇ, ਸਿਰਫ ਕਾਨੂੰਨ ਬਣਾਉਣ ਨਾਲ ਵੀ ਗੱਲ ਨਹੀਂ ਬਣਨੀ ਜੀ। ਈਵਨ ਜਿਹੜੇ ਸਾਡੇ ਡਾਕਟਰਸ ਹੈਗੇ ਨੇ, ਜੇ ਕਿਸੇ ਡਾਕਟਰ ਨੂੰ ਕਿਹਾ ਜਾਏ ਕਿ ਇਹ ਬੰਦਾ ਜਿਹੜਾ ਤਸ਼ੱਦਦ ਦਾ ਸ਼ਿਕਾਰ ਹੋਇਆ ਤੇ ਤੁਸੀਂ ਇਹਦੀ ਮੈਡੀਕਲ ਰਿਪੋਰਟ ਬਣਾ ਦਿਓ ਜੀ, ਈਵਨ ਜਿਹੜੇ ਡਾਕਟਰਸ ਵੀ ਟ੍ਰੇਨ ਨਹੀਂ ਹੈਗੇ ਕਿ ਉਹ ਉਸ ਵਿਕਟਮ ਨੂੰ ਐਗਜ਼ਾਮਿਨ ਕਰਕੇ ਰਿਪੋਰਟ ਬਣਾ ਸਕਣ, ਕਿਉਂਕਿ ਜ਼ਿਆਦਾਤਰ ਜਿਹੜੇ ਡਾਕਟਰਸ ਨੇ ਉਹ ਵੀ ਵਿਕਟਮ ਤੋਂ ਸਿਰਫ ਉਹਦੇ ਪੁੱਛਣ ਤੇ ਵੀ ਦੱਸ ਵੀ ਤੈਨੂੰ ਕੀ ਇੰਜਰੀਜ਼ ਹੈਗੀਆਂ ਨੇ। ਕਿਉਂਕਿ ਹੁੰਦਾ ਕੀ ਹੈ ਕਿ ਜਿਹੜਾ 3rd ਡਿਗਰੀ ਟਾਰਚਰ ਵੀ ਜਿਹੜਾ ਪੁਲਿਸ ਕਰਦੀ ਹੈ ਉਹ ਇਸ ਤਰੀਕੇ ਨਾਲ ਕਰਦੀ ਹੈ ਤਾਂ ਕਿ ਉਹਦੇ ਬਾਡੀ ਦੇ ਉੱਤੇ ਕੋਈ ਇੰਜਰੀਜ਼ ਵਿਜ਼ੀਬਲ ਐਕਸਟਰਨਲ ਇੰਜਰੀਜ਼ ਨਜ਼ਰ ਨਾ ਆਉਣ ਜੀ। ਤੇ ਜਿਹੜੀਆਂ ਇੰਟਰਨਲ ਇੰਜਰੀਜ਼ ਹੈਗੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜਾ ਹੈਗਾ ਮਾਪਿਆ ਜਾ ਸਕੇ, ਉਹਨਾਂ ਨੂੰ ਦੇਖਿਆ ਜਾ ਸਕੇ, ਕਿਵੇਂ ਐਕਸਰੇਜ਼ ਦੇ ਰਾਹੀਂ ਜਾਂ ਕਲਰ ਜਿਹੜੀ ਹੈਗੀ ਹੈ ਅਲਟਰਾਸਾਊਂਡ ਦੇ ਰਾਹੀਂ। ਉਹ ਵੀ ਜਿਹੜੇ ਡਾਕਟਰਸ ਨੇ ਉਹ ਟ੍ਰੇਨ ਨਹੀਂ ਹੈਗੇ। ਇੱਕ ਸਪੋਜ਼ ਟਾਰਚਰ ਵਿਕਟਮ ਹੋਵੇ, ਟਾਰਚਰ ਵਿਕਟਮ ਦੀਆਂ ਜੇ ਉਹਦੀਆਂ ਲੈਗ ਸਟ੍ਰੈਚ ਕੀਤੀਆਂ ਗਈਆਂ ਨੇ ਜਾਂ ਉਹਨੂੰ ਡੰਡਿਆਂ ਨਾਲ ਮਾਰਿਆ ਗਿਆ ਤੇ ਉਹਦੀ ਜਿਹੜੀ ਇੰਟਰਨਲ ਇੰਜਰੀਜ਼ ਨੂੰ ਕਿਵੇਂ ਤੁਸੀਂ ਐਗਜ਼ਾਮਿਨ ਕਰੋਗੇ ਜੀ, ਉਹ ਵੀ ਸਾਡੇ ਜਿਹੜੇ ਡਾਕਟਰਸ ਨੇ ਉਹ ਟ੍ਰੇਨ ਨਹੀਂ ਹੈਗੇ। ਸੋ ਬੜਾ ਕੁਝ ਬੜੇ ਪਹਿਲੂਆਂ ਤੋਂ ਕੰਮ ਕਰਨ ਦੀ ਲੋੜ ਹੈ ਕਿ ਕਿਵੇਂ ਇੱਕ ਟਾਰਚਰ ਵਿਕਟਮ ਨੂੰ ਮੈਡੀਕਲੀ ਐਗਜ਼ਾਮਿਨ ਕਰਨਾ ਹੈ। ਉਹਦੇ ਵਾਸਤੇ ਵੀ ਜਿਹੜਾ ਹੈ ਕੋਈ ਅਜੇ ਗਾਈਡਲਾਈਨ ਨਹੀਂ ਹੈਗੀਆਂ ਤੇ ਸਾਡੇ ਡਾਕਟਰਸ ਵੀ ਟ੍ਰੇਨ ਨਹੀਂ ਹੈਗੇ ਜੀ। ਸੋ ਠੀਕ ਹੈ ਕਿ ਉਹਨਾਂ ਦੇ ਕੇਸ ਫਾਈਲ ਕਰਨ ਨਾਲ ਇਸ ਪਾਸੇ ਲੋਕਾਂ ਦਾ ਧਿਆਨ ਜਾਏਗਾ, ਲੇਕਿਨ ਲੋਕ ਇਹਦੀ ਇੰਪੋਰਟੈਂਸ ਨਹੀਂ ਸਮਝਦੇ ਕਿਉਂਕਿ ਜਿਹੜਾ ਬੰਦਾ ਪੁਲਿਸ ਕਸਟਡੀ ਵਿੱਚ ਜਾਂਦਾ ਹੈ, ਟਾਰਚਰ ਹੁੰਦਾ ਹੈ, ਉਹਨੂੰ ਨਹੀਂ ਪਤਾ ਵੀ ਮੇਰੇ ਪਿੰਡੇ ਤੇ ਮੈਨੂੰ ਕੀ ਦਰਦ ਹੰਡਾਲਾ ਪਿਆ ਤੇ ਦੂਸਰੇ ਲੋਕ ਜਿਹੜੇ ਨੇ ਇਹ ਸਮਝਦੇ ਨਹੀਂ ਹੈਗੇ ਕਿ ਇਹਦਾ ਕਿੰਨੀ ਇੰਪੋਰਟੈਂਸ ਹੈਗੀ ਹੈ ਜੀ। ਤੋ
ਹੁਣ ਲੋਕਾਂ ਦਾ ਥੋੜਾ ਧਿਆਨ ਕੇਂਦਰਿਤ ਹੋਏਗਾ, ਸੁਪਰੀਮ ਕੋਰਟ ਵੀ ਇਹਨੂੰ ਐਗਜ਼ਾਮਿਨ ਕਰੇਗੀ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਕੋਈ ਇੱਕ ਲੌਂਗ ਸਟੈਂਡਿੰਗ ਕੋਈ ਜਿਹੜਾ ਇਹਦੇ ਚੋਂ ਹੱਲ ਨਿਕਲ ਸਕੇ ਤੇ ਲੋਕਾਂ ਦੇ ਜਿਹੜਾ ਤਸ਼ੱਦਦ ਹੁੰਦਾ ਹੈ ਪੁਲਿਸ ਥਾਣੇ ਵਿੱਚ ਉਹ ਘੱਟ ਕੀਤਾ ਜਾ ਸਕੇ। ਜੀ ਨਵਕਿਰਨ ਸਿੰਘ ਜੀ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇੱਦਾਂ ਦਾ ਕੋਈ ਲਾਅ ਇੰਡੀਅਨ ਸਿਸਟਮ ਦੇ ਵਿੱਚ ਸੁਪਰੀਮ ਕੋਰਟ ਦੇ ਹਵਾਲੇ ਨਾਲ ਜਾਂ ਐਡਮਿਨਿਸਟ੍ਰੇਸ਼ਨ ਦੇ ਹਵਾਲੇ ਨਾਲ ਕੋਈ ਹੋਂਦ ਦੇ ਵਿੱਚ ਆਉਂਦਾ, ਜਾਂ ਜਿਵੇਂ ਘਟਨਾਵਾਂ ਜਿਹੜੀਆਂ ਰੂਟੀਨ ਦੇ ਵਿੱਚ ਦੇਖਣ ਨੂੰ ਸਾਹਮਣੇ ਆਉਂਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਉਹ ਇੱਦਾਂ ਹੀ ਨਿਰੰਤਰ ਜਾਰੀ ਰਹਿੰਦਾ ਹੈ। ਚਲੋ ਦੈਟਸ ਔਨ ਟਾਈਮ। ਅਤੇ ਅਸੀਂ ਹੁਣ ਆਪਣੇ ਅਗਲੇ ਇਸ਼ੂ ਦੇ ਵੱਲ ਵੱਧਦੇ ਹਾਂ। ਜਿਹੜੇ ਸੁਪਰੀਮ ਕੋਰਟ ਦੇ ਫਾਰਮਰ ਜੱਜ ਹੈਗੇ ਆ ਮਾਰਕੰਡੇ ਕਾਟਜੂ, ਉਹਨਾਂ ਦੇ ਉੱਪਰ ਸੈਡੀਸ਼ਨ ਦਾ ਕੇਸ ਫਾਈਲ ਕੀਤਾ ਗਿਆ। ਜਦੋਂ ਇਹਨੂੰ ਅਸੀਂ ਫਰੀਡਮ ਆਫ ਐਕਸਪ੍ਰੈਸ਼ਨ ਅਤੇ ਫਰੀਡਮ ਆਫ ਸਪੀਚ ਨਾਲ ਜੋੜ ਕੇ ਦੇਖਦੇ ਹਾਂ ਤਾਂ ਐਜ਼ ਅ ਲਾਇਰ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਉਹਨਾਂ ਨੇ ਇਹੋ ਜਿਹਾ ਕੀ ਕਿਹਾ? ਹਾਲਾਂਕਿ ਇੱਦਾਂ ਦੀਆਂ ਪਹਿਲਾਂ ਵੀ ਘਟਨਾਵਾਂ ਕਾਫੀ ਹੋ ਚੁੱਕੀਆਂ ਨੇ। ਅਸੀਂ ਜਿਹੜਾ ਸਰਬੱਤ ਖਾਲਸਾ ਦੇ ਆਗੂ ਸੀਗੇ ਉਹਨਾਂ ਦੇ ਉੱਪਰ ਵੀ ਕੇਸ ਇੱਦਾਂ ਦੇ ਰਜਿਸਟਰ ਹੋਏ। ਫਿਰ ਦਿੱਲੀ ਦੇ ਵਿੱਚ ਕਨਹਈਆ ਕੁਮਾਰ ਦੀ ਐਗਜ਼ਾਮਪਲ ਸਾਹਮਣੇ ਹੈਗੀ ਹੈ ਸਾਡੇ ਕੋਲ, ਉਹਦੇ ਤੋਂ ਪਹਿਲਾਂ ਅਰੁੰਧਤੀ ਰੋਏ ਦੀ ਐਗਜ਼ਾਮਪਲ ਸਾਹਮਣੇ ਹੈਗੀ ਆ। ਇਹ ਜਿਹੜਾ ਸਾਰਾ ਘਟਨਾਕ੍ਰਮ ਹੈਗਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਸਟਿਸ ਕਾਟਜੂ ਹੋਰਾਂ ਦਾ ਬਿਆਨ ਬਿਹਾਰ ਦੇ ਰਿਲੇਟਿਡ ਹੈਗਾ ਕਿ ਵੀ ਕਸ਼ਮੀਰ ਸਾਨੂੰ ਦੇ ਦਿਓ ਤੇ ਬਿਹਾਰ ਸਾਡੇ ਤੋਂ ਲੈ ਲਓ ਜੀ, ਇਸ ਤਰ੍ਹਾਂ ਦਾ ਕੋਈ ਬਿਆਨ ਹੈਗਾ। ਡਿਟੇਲ ਤਾਂ ਉਹਨਾਂ ਦੀ ਸਟੇਟਮੈਂਟ ਮੈਂ ਨਹੀਂ ਦੇਖੀ, ਲੇਕਿਨ ਕੋਈ ਟਵਿੱਟਰ ਦੇ ਉੱਤੇ ਹੀ ਉਹਨਾਂ ਨੇ ਛੋਟਾ ਜਿਹਾ ਕਮੈਂਟ ਕੀਤਾ ਜੀ, ਜਿਹਦੇ ਬੇਸਿਸ ਸੈਡੀਸ਼ਨ ਦੇ ਚਾਰਜਸ ਲਗਾਏ ਗਏ ਨੇ। ਹੁਣ ਇਹ ਜਿਹੜਾ ਬਿਆਨ ਹੈ ਇਹ ਠੀਕ ਹੈ ਕਿ ਉਹਨਾਂ ਦਾ ਜਿਹੜੀ ਸਟੇਟਮੈਂਟ ਹੈ ਉਹ ਇਟਸ ਨਾਟ ਇਨ ਗੁੱਡ ਟੇਸਟ। ਉਹਨਾਂ ਦਾ ਕਹਿਣਾ ਵੀ ਕਸ਼ਮੀਰ ਲੈ ਲਓ ਤੇ ਕਸ਼ਮੀਰ ਦੇ ਦਿਓ ਤੇ ਸਾਨੂੰ ਜਾਂ ਬਿਹਾਰ ਸਾਡੇ ਤੋਂ ਲੈ ਲਓ ਜੀ। ਕਿਸੇ ਵੀ ਪੋਰਸ਼ਨ ਆਫ ਇੰਡੀਆ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਅਨਵਾਂਟਡ ਹੈਗਾ ਤੇ ਇਟਸ ਨਾਟ ਇਨ ਗੁੱਡ ਟੇਸਟ। ਬਟ ਵੈਦਰ ਦਿਸ ਵੁੱਡ ਫਾਲ ਇਨਟੂ ਦ ਡੈਫੀਨੇਸ਼ਨ ਆਫ ਸੈਡੀਸ਼ਨ ਇਟਸ ਅ ਬਿਗ ਕੁਐਸਚਨ ਜੀ। ਤੇ ਜਿਹੜੀ ਵੀ ਸਰਕਾਰ ਨੇ ਪਰਚਾ ਦਰਜ ਕੀਤਾ ਹੈ ਉਹਨਾਂ ਨੇ ਬਿਲਕੁਲ ਕਾਨੂੰਨ ਨੂੰ ਪਾਸੇ ਕਰਕੇ ਤੇ ਇਸ ਤਰ੍ਹਾਂ ਦੀ ਵਾਹਿਯਾਤ ਗੱਲ ਕੀਤੀ ਹੈ ਜੀ। ਇਹ ਡੈਫੀਨੇਟਲੀ ਸੈਡੀਸ਼ਨ ਨਹੀਂ ਬਣਦਾ ਤੇ ਇਹੋ ਜਿਹਾ ਬਿਆਨ ਜਿਹੜਾ ਹੈਗਾ ਕੋਈ ਨੇਸ਼ਨ ਦੇ ਖਿਲਾਫ ਨਹੀਂ ਹੈਗਾ ਜੀ। ਤੋ ਸੈਡੀਸ਼ਨ ਦੀ ਤਾਂ ਕਿਧਰੇ ਦੂਰੋਂ ਦੀ ਵੀ ਗੱਲ ਨਹੀਂ ਬਣਦੀ ਤੇ ਦੇਖਿਆ ਜਾਏਗਾ ਉਸ ਸਮੇਂ ਦੇ ਨਾਲ ਜਦੋਂ ਐਕਚੁਅਲ ਕੀ FIR ਹੈਗੀ ਉਹਦੇ ਵਿੱਚ ਕੀ ਲਿਖਿਆ ਗਿਆ। ਮੈਂ ਨਹੀਂ ਉਹ ਪੜ੍ਹੀ, ਮੈਂ ਤਾਂ ਅਖਬਾਰਾਂ 'ਚ ਛੋਟਾ ਜਿਹਾ ਬਿਆਨ ਪੜ੍ਹਿਆ ਜੀ। ਤੋ ਦੇਖਦੇ ਹਾਂ ਕੀ ਹੈਗਾ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਸੈਡੀਸ਼ਨ ਬਣਦੀ ਹੈ ਤੇ ਅਗੇਨ ਮਿਸਯੂਜ਼ ਆਫ ਲਾਅ ਹੈਗਾ। ਸੋ ਅਦਾਲਤ ਜਦੋਂ ਇਹਨੂੰ ਕੋਖੇਗੀ ਤੇ ਜ਼ਰੂਰ ਅੱਗੇ ਵੀ ਜਿਵੇਂ ਸੈਡੀਸ਼ਨ ਨੂੰ ਮਿਸਯੂਜ਼ ਕੀਤਾ ਗਿਆ ਕਨਹਈਆ ਕੁਮਾਰ ਦੇ ਕੇਸ ਜੀ ਜਾਂ ਹੋਰ ਕੇਸਾਂ ਦੇ ਵਿੱਚ ਜਿਹੜੇ ਪੋਲੀਟੀਕਲੀ ਮੋਟੀਵੇਟਡ ਹੈਗੇ ਨੇ। ਸੋ ਇਹ ਸਾਰਾ ਕਾਨੂੰਨ ਇਹਦੇ ਸੁਪਰੀਮ ਕੋਰਟ ਦੇ ਕੋਲ ਪੈਂਡਿੰਗ ਹੈਗਾ ਰੀਵਿਜ਼ਿਟ ਕਰਨ ਲਈ ਜੀ। ਲੇਕਿਨ ਕਿਉਂਕਿ ਅਦਾਲਤਾਂ ਇੰਡੀਆ ਦੀਆਂ ਇੰਨੀਆਂ ਮਸਰੂਫ ਹੈਗੀਆਂ ਨੇ, ਜੱਜਿਸ ਇੰਨੇ ਘੱਟ ਹੈਗੇ ਨੇ, ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹ ਡੀਲ ਨਹੀਂ ਹੋਦੇ। ਸੋ ਆਸ ਹੈ ਕਿ ਜਿਹੜਾ ਸਾਰਾ ਪੁਰਾਣਾ ਲਾਅ ਸੈਡੀਸ਼ਨ ਦਾ ਹੈਗਾ ਉਹ ਇੱਕ ਰੀਵਿਜ਼ਿਟ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਇਸ ਚੀਜ਼ ਦੇ ਉੱਤੇ ਕੋਈ ਰੋਕ ਲਗਾਈ ਜਾ ਸਕੇ ਕਿ ਛੋਟੀ ਛੋਟੀ ਗੱਲ ਤੇ ਜਿਹੜੀ ਕਿ ਜਿਹਨਾਂ ਵਿੱਚ ਸੈਡੀਸ਼ਨ ਨਹੀਂ ਵੀ ਬਣਦਾ ਉਹਨਾਂ ਵਿੱਚ ਇੱਕ ਸੈਕਿੰਡ ਲਗਾ ਕੇ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਹੈ ਉਹਦੇ ਵਾਸਤੇ ਕੋਈ ਹੀਲਾ ਕੀਤਾ ਜਾ ਸਕੇ ਤਾਂ ਕਿ ਕੋਈ ਚੈੱਕ ਐਂਡ ਬੈਲੈਂਸਿਸ ਬਣ ਸਕਣ ਜੀ। ਨਵਕਿਰਨ ਸਿੰਘ ਜੀ, ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਜਸਟ ਅ ਲਿਟਲ ਬਿਟ ਆਫ ਅ ਕਰੈਕਸ਼ਨ, ਤੁਸੀਂ ਮੈਂਸ਼ਨ ਕੀਤਾ ਜਦੋਂ ਕਸ਼ਮੀਰ ਦੇ ਹਵਾਲੇ ਨਾਲ ਤੁਸੀਂ ਗੱਲ ਕਰ ਰਹੇ ਸੀ ਤਾਂ ਤੁਸੀਂ ਉਹਨੂੰ ਮੇਬੀ ਸ਼ਾਇਦ ਮੇਰੇ ਉਹਦੇ 'ਚ ਹੋਵੇ ਕਿ ਤੁਸੀਂ ਉਹਨੂੰ ਇੰਡੀਆ ਦਾ ਮਤਲਬ ਪਾਰਟ ਦੱਸਿਆ, ਜਦ ਕਿ ਮੈਂ ਇੱਥੇ ਜਸਟ ਐਜ਼ ਅ ਕਰੈਕਸ਼ਨ ਮੈਂਸ਼ਨ ਕਰਨਾ ਚਾਹੂੰਗਾ ਕਿ ਉਹ ਅੰਡਰ ਦ UN ਇੱਕ ਡਿਸਪਿਊਟਡ ਟੈਰੀਟਰੀ ਹੈਗੀ ਹੈ ਜਿਹੜੀ ਜੰਮੂ ਐਂਡ ਕਸ਼ਮੀਰ ਹੈਗੀ ਹੈ, ਜਸਟ ਫॉर द ਸੇਕ ਆਫ ਰੈਕਡ। ਅਤੇ ਇੱਥੇ ਹੀ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਇੱਥੇ ਹੀ ਅਸੀਂ ਅੱਜ ਦਾ ਜਿਹੜਾ ਸਾਡਾ ਸ਼ੋਅ ਹੈਗਾ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਤੇ ਤੁਹਾਡੇ ਕੋਲੋਂ ਵੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।